Hello students, we are starting with nuclear and particle physics. The nuclear physics ਦਾ मीनिंग है कि ਅਸੀਂ ਇਸ ਸੈਕਸ਼ਨ ਦੇ ਵਿੱਚ ਜੋ ਕੁਝ ਪੜ੍ਹਨਾ ਹੈ that is related to nucleus ਦਾ ਸਟਰਕਚਰ ਕਿਵੇਂ ਐਗਜ਼ਿਸਟੈਂਸ 'ਚ ਆਇਆ, ਡਿਫਰੈਂਟ ਉਹਦੀਆਂ ਕੀ ਥਿਊਰੀਜ਼ ਨੇ, ਕੀ ਸਟੱਡੀਜ਼ ਨੇ, ਸਟੈਪ ਬਾਏ ਸਟੈਪ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਾਂਗੇ। ਨਿਊਕਲੀਅਸ ਦੀਆਂ ਪ੍ਰੋਪਰਟੀਜ਼ ਕੀ ਨੇ, ਨਿਊਕਲੀਅਸ ਦੇ ਨਾਲ ਰਿਐਕਸ਼ਨਸ ਕਿਸ ਤਰ੍ਹਾਂ ਹੁੰਦੇ ਨੇ, ਇਹ ਸਾਰਾ ਕੁਝ ਤੁਹਾਡਾ ਜਿਹੜਾ ਹੈ ਇਸ ਸੈਕਸ਼ਨ 'ਚ ਕਵਰ ਹੋਏਗਾ। ਤਾਂ ਇਹਦੇ 'ਚ ਇਨੀਸ਼ੀਅਲੀ ਦੇਖੋ, ਜੋ ਅਸੀਂ ਐਟਮ ਦਾ ਸਟਰਕਚਰ ਪੜ੍ਹਦੇ ਹਾਂ ਪ੍ਰੈਜ਼ੈਂਟਲੀ, ਐਟਮ ਦਾ ਸਟਰਕਚਰ ਸ਼ੁਰੂ ਤੋਂ ਇਸ ਤਰ੍ਹਾਂ ਕੰਸੀਡਰ ਨਹੀਂ ਸੀ ਕੀਤਾ ਗਿਆ। ਡਿਫਰੈਂਟ ਸਾਇੰਟਿਸਟ ਨੇ ਆਪਣੀਆਂ ਕੰਟਰੀਬਿਊਸ਼ਨਸ ਦਿੱਤੀਆਂ, ਉਸ ਤੋਂ ਬਾਅਦ ਐਟਮ ਦਾ ਆਹ ਵਾਲਾ ਪ੍ਰੈਜ਼ੈਂਟ ਸਟਰਕਚਰ ਜੋ ਅਸੀਂ ਪੜ੍ਹ ਰਹੇ ਹਾਂ ਐਗਜ਼ਿਸਟੈਂਸ 'ਚ ਆਇਆ। ਤਾਂ ਇਹਦੇ 'ਚ ਜਿਹੜੀਆਂ ਕੰਟਰੀਬਿਊਸ਼ਨ ਸੀ, ਇਨੀਸ਼ੀਅਲ ਕੰਟਰੀਬਿਊਸ਼ਨ ਸੀਗੀ ਜੇ ਥੋਮਸਨ ਦੀ। ਉਸ ਤੋਂ ਬਾਅਦ ਰਦਰਫੋਰਡ ਨੇ ਆਪਣਾ ਇੱਕ ਐਕਸਪੈਰੀਮੈਂਟ ਕੀਤਾ ਜਿਹਨੂੰ ਅਸੀਂ ਰਦਰਫੋਰਡ ਸਕੈਟਰਿੰਗ ਐਕਸਪੈਰੀਮੈਂਟ ਬੋਲਦੇ ਹਾਂ। ਇਸ ਐਕਸਪੈਰੀਮੈਂਟ ਦੇ ਵਿੱਚ ਕੀ ਕੀਤਾ ਗਿਆ ਸੀ ਕਿ ਐਲਫਾ ਪਾਰਟੀਕਲਸ ਨੂੰ ਗੋਲਡ ਦੇ ਨਿਊਕਲੀਅਸ 'ਤੇ ਫਾਲ ਕਰਵਾਇਆ ਗਿਆ। ਤਾਂ ਜਦੋਂ ਗੋਲਡ ਦੇ ਨਿਊਕਲੀਅਸ 'ਤੇ ਫਾਲ ਕਰਵਾਇਆ ਗਿਆ ਤਾਂ ਜਿਹੜੇ ਐਲਫਾ ਪਾਰਟੀਕਲ ਸੀ ਉਹਨਾਂ 'ਚੋਂ ਕੁਝ ਪਾਰਟੀਕਲ ਸਕੈਟਰ ਹੋਏ, ਕੁਝ ਪਾਰਟੀਕਲ ਡਿਫਲੈਕਟ ਹੋਏ, ਕੁਝ ਘੱਟ ਐਂਗਲ 'ਤੇ ਡਾਇਵਰਟ ਹੋਏ, ਕੁਝ ਜ਼ਿਆਦਾ ਐਂਗਲ 'ਤੇ ਡਾਇਵਰਟ ਹੋਏ। ਤਾਂ ਇਸ ਐਕਸਪੈਰੀਮੈਂਟ ਦੇ ਪਾਰਟੀਕਲਸ ਨੇ ਜੋ ਪਾਥ ਰੀਟਰੇਸ ਕੀਤੇ, ਉਹਨਾਂ ਤੋਂ ਐਟਮ ਦੇ ਬਾਰੇ ਕੁਝ ਕਨਕਲੂਜਨਸ ਕੱਢੇ ਗਏ। ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ, ਆਹ ਪੇਜ 'ਤੇ ਡਾਇਗਰਾਮ ਬਣੀ ਹੋਈ ਹੈ। ਇਹਦੇ 'ਚ ਕੀ ਹੈ, ਦੇਖੋ ਐਲਫਾ ਪਾਰਟੀਕਲਸ ਜਾ ਰਹੇ ਨੇ। ਐਲਫਾ ਪਾਰਟੀਕਲਸ ਜਦੋਂ ਮੂਵ ਕਰ ਰਹੇ ਨੇ, ਦੇਖੋ ਕੁਝ ਪਾਰਟੀਕਲਸ ਘੱਟ ਐਂਗਲ 'ਤੇ ਡਿਫਲੈਕਟ ਹੋਏ ਨੇ, ਕੁਝ ਜ਼ਿਆਦਾ 'ਤੇ ਹੋ ਰਹੇ ਨੇ। ਜਿਹੜੇ ਬਿਲਕੁਲ ਸਟ੍ਰੇਟ ਪਾਥ 'ਤੇ ਜਾ ਰਹੇ ਸੀਗੇ ਉਹ ਵਾਪਿਸ ਰੀਟਰੇਸ ਹੋ ਗਏ, ਉਹ ਵਾਪਿਸ ਮੁੜ ਗਏ। ਇਹਦਾ ਮਤਲਬ ਅਲੱਗ-ਅਲੱਗ ਡਿਸਟੈਂਸ 'ਤੇ ਪਾਰਟੀਕਲਸ ਨੇ ਅਲੱਗ-ਅਲੱਗ ਬਿਹੇਵੀਅਰ ਸ਼ੋ ਕੀਤਾ। ਤਾਂ ਉਹਨਾਂ ਦੇ ਬਿਹੇਵੀਅਰ ਤੋਂ ਐਟਮ ਦਾ ਜਿਹੜਾ ਸਟਰਕਚਰ ਸੀ ਉਹਦੇ ਬਾਰੇ ਪ੍ਰਿਡਿਕਸ਼ਨਸ ਕੀਤੀਆਂ ਗਈਆਂ। ਤਾਂ ਦੇਖੋ, ਜਿਹੜੇ ਪਾਰਟੀਕਲਸ ਘੱਟ ਐਂਗਲ 'ਤੇ ਡਿਫਲੈਕਟ ਹੋਏ, ਡਿਫਲੈਕਟ ਹੋਣ ਦਾ ਕੀ ਮੀਨਿੰਗ ਹੈ ਕਿ ਐਲਫਾ ਪਾਰਟੀਕਲ ਸਿੱਧੇ ਜਾ ਰਹੇ ਸੀ, ਉਹਨਾਂ 'ਤੇ ਕਿਸੇ ਨੇ ਫੋਰਸ ਲਗਾਈ ਤਾਂ ਉਹਨਾਂ ਨੇ ਆਪਣਾ ਪਾਥ ਚੇਂਜ ਕਰ ਲਿਆ। ਹੁਣ ਜਿਹੜੇ ਪਾਰਟੀਕਲ ਘੱਟ ਐਂਗਲ 'ਤੇ ਡਿਫਲੈਕਟ ਹੋਏ ਨੇ, ਜਿਸ ਤਰ੍ਹਾਂ ਆ ਆਊਟਸਾਈਡ ਵਾਲੇ ਨੇ, ਇਹਦਾ ਮਤਲਬ ਕਿ ਇਹਨਾਂ 'ਤੇ ਫੋਰਸ ਘੱਟ ਲੱਗੀ ਹੈ, ਤਾਂ ਹੀ ਇਹਨਾਂ ਦਾ ਐਂਗਲ ਜਿਹੜਾ ਹੈ ਡਿਫਲੈਕਸ਼ਨ ਐਂਗਲ ਉਹ ਘੱਟ ਹੈ। ਹੁਣ ਕੁਝ ਪਾਰਟੀਕਲ ਜਿਹੜੇ ਵਾਪਿਸ ਆ ਗਏ, ਵਾਪਿਸ ਕਿਉਂ ਆਏ? ਦੇਖੋ ਐਲਫਾ ਪਾਰਟੀਕਲਸ ਨੇ ਜਿਹੜੇ ਉਹ ਹੈਵੀ ਚਾਰਜ ਕੰਸੀਡਰ ਕਰਦੇ ਹਾਂ ਅਸੀਂ। ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜੇ ਵਾਪਿਸ ਆਏ ਕੋਈ ਐਸੀ ਚੀਜ਼ ਸੀ, ਐਸਾ ਕੋਈ ਪੋਜ਼ਿਟਿਵ ਚਾਰਜ ਸੀ ਜਿਹਨੇ ਨੂੰ ਰਿਪੈਲ ਕਰਤਾ, ਕਿਉਂਕਿ ਐਲਫਾ ਪਾਰਟੀਕਲਸ ਇਜ਼ ਦਾ ਪੋਜ਼ਿਟਿਵ ਪਾਰਟ ਆਫ ਦਾ ਹੀਲੀਅਮ ਨਿਊਕਲੀਅਸ। ਇਹਦਾ ਮਤਲਬ ਇਸ ਪੋਜ਼ਿਟਿਵ ਚੀਜ਼ ਨੂੰ ਜੇ ਵਾਪਿਸ ਆਈ ਹੈ ਤਾਂ ਕਿਸੇ ਪੋਜ਼ਿਟਿਵ ਚਾਰਜ ਨੇ ਹੀ ਰਿਪੈਲ ਕੀਤਾ ਹੋਊਗਾ। ਤਾਂ ਇਹ ਸਾਰੇ ਤੋਂ ਕੀ ਕਨਕਲੂਜਨ ਕੱਢੇ ਗਏ? ਇਹ ਕਨਕਲੂਜਨ ਕੱਢੇ ਗਏ ਕਿ ਜੋ ਐਟਮ ਹੈ, ਐਟਮ ਦੇ ਵਿੱਚ ਮੋਸਟਲੀ ਜਿਹੜਾ ਚਾਰਜ ਹੈ ਪੋਜ਼ਿਟਿਵ ਚਾਰਜ, ਉਹ ਇਹਦੇ ਸੈਂਟਰ 'ਤੇ ਕੌਨਸਨਟ੍ਰੇਟਿਡ ਹੈ। ਉਹ ਕੀ ਹੈ? ਇਹਦੇ ਸੈਂਟਰ 'ਤੇ ਕੌਨਸਨਟ੍ਰੇਟਿਡ ਹੈ। ਅਤੇ ਜਿਹੜੀ ਆਊਟਰ ਸਪੇਸ ਹੈ ਉਹ ਕੀ ਹੈ? ਖਾਲੀ ਹੈ। ਇਹ ਕਨਕਲੂਜਨ ਕਿਸ ਤਰ੍ਹਾਂ ਕੱਢੇ ਗਏ? ਐਲਫਾ ਪਾਰਟੀਕਲਸ ਦੀ ਡਿਫਲੈਕਸ਼ਨ ਤੋਂ, ਕਿਉਂਕਿ ਉਹਦੇ ਘੱਟ ਫੋਰਸ ਲੱਗ ਰਹੀ ਹੈ। ਇਹਦਾ ਮਤਲਬ ਇਹਦੇ ਨੇੜੇ ਤੇੜੇ ਕੁਝ ਨਹੀਂ ਹੈ, ਇਹਦੇ ਨੇੜੇ ਤੇੜੇ ਘੱਟ ਇਫੈਕਟ ਹੈ ਚਾਰਜ ਦਾ। ਇਸ ਕਰਕੇ ਤੋਂ ਕਨਕਲੂਜਨ ਕੱਢਿਆ ਗਿਆ ਕਿ ਇਹ ਸਪੇਸ ਖਾਲੀ ਹੈ। ਜਿਹੜੇ ਵਾਪਿਸ ਹੋਏ, ਇਹ ਤੋਂ ਕਨਕਲੂਜਨ ਕੱਢਿਆ ਗਿਆ ਕਿ ਪੋਜ਼ਿਟਿਵ ਚਾਰਜ ਪਿਆ ਹੈ ਜਿਹੜਾ ਕੌਨਸਨਟ੍ਰੇਟਿਡ ਪੋਜੀਸ਼ਨ 'ਚ ਪਿਆ ਹੈ, ਜਿਹਨੇ ਕਿ ਹੈਵੀ ਐਲਫਾ ਪਾਰਟੀਕਲਸ ਨੂੰ ਆਪਣੇ ਪਾਥ ਤੋਂ ਵਾਪਿਸ ਭੇਜਿਆ। ਠੀਕ ਹੈ। ਤਾਂ ਇਹਦੇ ਮੇਨ ਜਿਹੜੇ ਪੁਆਇੰਟਸ ਨੇ ਤੁਹਾਡੀ ਬੁੱਕ 'ਚੋਂ ਹੀ ਨੋਟ ਕੀਤੇ ਆ ਬੇਟਾ ਮੈਂ। ਇਹ ਤੋਂ ਕੀ ਰਿਜ਼ਲਟਸ ਨਿਕਲੇ ਕਿ ਲਾਰਜ ਐਮਟੀ ਸਪੇਸ ਪਈ ਹੈ ਐਟਮ ਦੇ ਵਿੱਚ, ਸਾਰਾ ਜਿਹੜਾ ਪੋਜ਼ਿਟਿਵ ਚਾਰਜ ਹੈ ਉਹ ਇਹਦੇ ਸੈਂਟਰ 'ਤੇ ਕੌਨਸਨਟ੍ਰੇਟਿਡ ਹੈ। ਨਿਊਕਲੀਅਸ ਦਾ ਜਿਹੜਾ ਵੋਲਿਊਮ ਹੈ ਐਟਮ ਦੇ ਵੋਲਿਊਮ ਤੋਂ ਕਾਫੀ ਘੱਟ ਹੈ, ਐਟਮ ਦਾ ਵੋਲਿਊਮ, ਨਿਊਕਲੀਅਸ ਦਾ ਵੋਲਿਊਮ। ਉਸ ਤੋਂ ਇਲਾਵਾ ਜਿਹੜੇ ਇਲੈਕਟ੍ਰੋਨਸ ਨੇ ਉਹ ਰਿਵੋਲਵ ਕਰਦੇ ਨੇ ਆਊਟਸਾਈਡ ਟੂ ਬੈਲੈਂਸ ਦਾ ਪੋਜ਼ਿਟਿਵ ਚਾਰਜ। ਅਤੇ ਜਿਹੜਾ ਸੈਂਟਰਲ ਨਿਊਕਲੀਅਸ ਹੈ ਉਹਦੇ 'ਤੇ ਪੋਜ਼ਿਟਿਵ ਚਾਰਜ ਹੈ, ਬਟ ਇਹ ਡਿਫਰੈਂਟ ਐਲੀਮੈਂਟਸ ਦੇ ਲਈ ਡਿਫਰੈਂਟ ਹੋਊਗਾ, ਕਿਉਂਕਿ ਸਾਨੂੰ ਪਤਾ ਹੈ ਕਿ ਪੋਜ਼ਿਟਿਵ ਚਾਰਜ ਦਾ ਮਤਲਬ ਕਿ ਉਹਦੇ ਵਿੱਚ ਪ੍ਰੋਟੋਨਸ ਕਿੰਨੇ ਪਏ ਨੇ, ਤਾਂ ਉਹ ਡਿਪੈਂਡ ਕਰੂਗਾ ਕਿ ਉਹ ਐਲੀਮੈਂਟ ਕਿਹੜਾ ਹੈ। ਉਸ ਤੋਂ ਬਾਅਦ ਹੈ ਡਾਇਆਮੀਟਰ ਆਫ ਦਾ ਨਿਊਕਲੀਅਸ। ਇਹਨਾਂ ਐਕਸਪੈਰੀਮੈਂਟਸ ਤੋਂ ਹੀ ਡਾਇਆਮੀਟਰ ਹੈ ਜਿਹੜਾ ਉਹ ਨਿਊਕਲੀਅਸ ਦਾ ਫਾਈਂਡ ਆਊਟ ਕੀਤਾ ਗਿਆ।
ਤਾਂ ਡਾਇਆਮੀਟਰ ਜਿਹੜਾ ਨਿਊਕਲੀਅਸ ਹੈ that is order of 10 raised to the power minus 14 meter or 10 raised to the power minus 15 meter। ਕਈ ਬੁੱਕਸ ਦੇ ਵਿੱਚ ਬੇਟਾ 10 raised to the power minus 14 meter ਲਿਖਿਆ ਹੋਇਆ ਹੈ, ਕਈਆਂ ਦੇ ਵਿੱਚ 10 raised to the power minus 15 ਲਿਖਿਆ ਹੋਇਆ ਹੈ। ਤਾਂ ਦੋਨੋਂ ਹੀ ਵੈਲਿਊਜ਼ ਯੂਜ਼ ਕੀਤੀਆਂ ਜਾਂਦੀਆਂ ਨੇ। ਨੈਕਸਟ ਆਰਟੀਕਲ ਹੈ ਸਾਈਜ਼ ਆਫ ਦਾ ਨਿਊਕਲੀਅਸ। ਸਾਈਜ਼ ਆਫ ਦਾ ਨਿਊਕਲੀਅਸ ਤੋਂ ਕੀ ਮਤਲਬ ਹੈ? ਦੇਖੋ ਐਟਮ ਦੇ ਵਿੱਚ ਆ ਨਿਊਕਲੀਅਸ ਹੈ, ਨਿਊਕਲੀਅਸ ਦਾ ਸਾਈਜ਼ ਦਾ ਮਤਲਬ ਹੈ ਕਿ ਅਸੀਂ ਇਹਦਾ ਡਾਇਆਮੀਟਰ ਫਾਈਂਡ ਆਊਟ ਕਰਨਾ ਹੈ। ਇਹ ਰਦਰਫੋਰਡ ਨੇ ਫਾਈਂਡ ਆਊਟ ਕੀਤਾ ਸੀ ਆਪਣੇ ਇਸੇ ਸੇਮ ਐਕਸਪੈਰੀਮੈਂਟ ਤੋਂ। ਅਗਰ ਤੁਸੀਂ ਧਿਆਨ ਨਾਲ ਦੇਖੋ, ਆ ਮੈਨੇ ਮਾਰਕ ਲਗਾਇਆ ਹੋਇਆ ਹੈ, ਆ ਪੁਆਇੰਟ, ਦਿਸ ਪੁਆਇੰਟ ਜਿੱਥੋਂ ਇਹ ਟਰਨ ਹੋਈਆਂ ਐਲਫਾ ਰੇਜ਼, ਤੇ ਨਿਊਕਲੀਅਸ ਦੇ ਸੈਂਟਰ ਤੋਂ ਇਹ ਜਿਹੜਾ ਡਿਸਟੈਂਸ ਹੈ ਇਹਨੂੰ ਅਸੀਂ ਬੋਲਦੇ ਹਾਂ R0। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਇਹ ਨਿਊਕਲੀਅਸ ਦਾ ਰੇਡੀਅਸ ਬਣ ਰਿਹਾ ਹੈ, R0 ਨਿਊਕਲੀਅਸ ਦਾ ਰੇਡੀਅਸ ਬਣ ਰਿਹਾ ਹੈ। ਇਹਨੂੰ ਅਸੀਂ ਡਿਸਟੈਂਸ ਆਫ ਕਲੋਜ਼ੈਸਟ ਅਪਰੋਚ ਵੀ ਬੋਲਦੇ ਹਾਂ। ਤਾਂ ਅਗਰ ਅਸੀਂ ਇਹਨੂੰ ਧਿਆਨ ਨਾਲ ਦੇਖੀਏ ਤਾਂ ਇਹਦੇ ਤੋਂ ਅਸੀਂ ਸਾਈਜ਼ ਆਫ ਦਾ ਨਿਊਕਲੀਅਸ ਮਤਲਬ ਕਿ ਅਸੀਂ ਰੇਡੀਅਸ ਆਫ ਦਾ ਨਿਊਕਲੀਅਸ ਹੈ ਜਿਹੜਾ ਉਹ ਕੈਲਕੂਲੇਟ ਕਰ ਸਕਦੇ ਹਾਂ। ਤਾਂ ਸਪੋਜ਼ ਕਰੋ ਕਿ U ਕੀ ਹੈ, U ਇਜ਼ ਦਾ ਵੈਲੋਸਿਟੀ ਆਫ ਐਲਫਾ ਪਾਰਟੀਕਲ, M ਇਜ਼ ਦਾ ਮਾਸ ਆਫ ਦਾ ਐਲਫਾ ਪਾਰਟੀਕਲ। ਤਾਂ ਕਿੰਨੀ એનર્ਜੀ ਦੇ ਨਾਲ ਪਾਰਟੀਕਲਸ ਫਾਲ ਕਰ ਰਹੇ ਨੇ? ਕਾਈਨੈਟਿਕ 에ਨਰਜੀ ਦਾ ਫਾਰਮੂਲਾ ਹੈ 1/2m²। ਦੇਖੋ ਜਦੋਂ ਐਲਫਾ ਪਾਰਟੀਕਲਸ ਨੇ ਟਰਨ ਕਰਨਾ ਹੈ, ਜਦੋਂ ਟਰਨਿੰਗ ਪੁਆਇੰਟ ਹੁੰਦਾ ਹੈ, ਟਰਨਿੰਗ ਪੁਆਇੰਟ ਤੇ ਕਾਈਨੈਟਿਕ એનર્ਜੀ ਪੋਟੈਂਸ਼ੀਅਲ એનર્ਜੀ ਦੇ ਇਕੁਅਲ ਹੋ ਜਾਂਦੀ ਹੁੰਦੀ ਹੈ। ਇਹ ਕਾਈਨਾਮੈਟਿਕਸ ਅਸੀਂ ਪੜ੍ਹਦੇ ਹਾਂ ਕਿ ਟਰਨਿੰਗ ਪੁਆਇੰਟ ਤੇ ਕਾਈਨੈਟਿਕ એનર્ਜੀ ਇਜ਼ ਇਕੁਅਲ ਟੂ ਪੋਟੈਂਸ਼ੀਅਲ એનર્ਜੀ। ਤਾਂ ਇਸ ਪੁਆਇੰਟ ਤੇ ਕਾਈਨੈਟਿਕ એનર્ਜੀ ਬਰਾਬਰ ਹੋਗੀ ਪੋਟੈਂਸ਼ੀਅਲ એનર્ਜੀ ਦੇ। ਕਿਹਦੀ ਪੋਟੈਂਸ਼ੀਅਲ એનર્ਜੀ ਦੇ? ਐਲਫਾ ਪਾਰਟੀਕਲ ਤੇ ਨਿਊਕਲੀਅਸ ਦੇ ਵਿੱਚ ਜਿਹੜੀ એનਰਜੀ ਲੱਗ ਰਹੀ ਹੈ। ਤਾਂ 1/2m ਯੂਜ਼ ਕਰੇ ਦੀ ਕਾਈਨੈਟਿਕ એનર્ਜੀ ਹੈ। ਪੋਟੈਂਸ਼ੀਅਲ એનર્ਜੀ ਦਾ ਫਾਰਮੂਲਾ 1/4πε0 ZD 2E upon R0। ZE, E ਕੀ ਹੈ? E ਚਾਰਜ ਹੈ, Z ਐਟੋਮਿਕ ਨੰਬਰ ਹੈ। ਕਿਹਦਾ ਐਟੋਮਿਕ ਨੰਬਰ? ਉਹ ਨਿਊਕਲੀਅਸ ਜਿਹਦੇ ਤੇ ਅਸੀਂ ਫਾਲ ਕਰਵਾ ਰਹੇ ਹਾਂ ਐਲਫਾ ਪਾਰਟੀਕਲਸ ਨੂੰ। ਤੇ ਐਲਫਾ ਪਾਰਟੀਕਲ ਦਾ ਆਪਣਾ ਚਾਰਜ ਕਿੰਨਾ ਹੈ? 2E, ਕਿਉਂਕਿ ਇਹ ਹੀਲੀਅਮ ਦਾ ਪੋਜ਼ਿਟਿਵ ਪਾਰਟ ਹੈ। ਤਾਂ ਦੇਖੋ ਇਹ ਬੇਟਾ ਤੇ ਸਾਡੇ ਕੋਲ R0 ਪਿਆ ਨੀਚੇ, ਤਾਂ ਇਹ ਦੋਨਾਂ ਵੈਲਿਊਜ਼ ਤੋਂ ਅਸੀਂ R0 ਦੀ ਜਿਹੜੀ ਵੈਲਿਊ ਹੈ ਉਹ ਫਾਈਂਡ ਆਊਟ ਕਰ ਲਾਂਗੇ। ਤੇ ਵੈਲਿਊ ਆਏਗੀ ZE² πε0 × 1/m²। ਉਸ ਤੋਂ ਬਾਅਦ ਹੈ ਕਨਸਟੀਚੁਐਂਟਸ ਆਫ ਨਿਊਕਲੀਆਈ। ਦੇਖੋ ਪ੍ਰੈਜ਼ੈਂਟ ਜਿਹੜਾ ਨਿਊਕਲੀਅਸ ਹੈ, ਸਾਨੂੰ ਸਭ ਨੂੰ ਪਤਾ ਹੈ ਕਿ ਪ੍ਰੈਜ਼ੈਂਟ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਤੇ ਨਿਊਟਰੋਨ ਐਗਜ਼ਿਸਟ ਕਰਦੇ ਹੈ ਤੇ ਇਲੈਕਟ੍ਰੋਨਸ ਉਹਦੇ ਅਰਾਊਂਡ ਰਿਵੋਲਵ ਕਰਦੇ ਨੇ। ਪਰ ਬਿਲਕੁਲ ਸਟਾਰਟਿੰਗ ਜਿਹੜੀ ਸੀਗੀ ਉਦੋਂ ਇਸ ਤਰ੍ਹਾਂ ਨਹੀਂ ਸੀ, ਕਿਉਂਕਿ ਨਿਊਟਰੋਨ ਦੀ ਡਿਸਕਵਰੀ ਬਹੁਤ ਲੇਟ ਹੋਈ ਸੀ। ਨਿਊਟਰੋਨ ਦੀ ਡਿਸਕਵਰੀ ਚੈਡਵਿਕ ਨੇ ਕੀਤੀ ਸੀਗੀ 1932 'ਚ। ਇਹਦਾ ਮਤਲਬ ਨਿਊਟਰੋਨ ਦੀ ਡਿਸਕਵਰੀ ਬਹੁਤ ਲੇਟ ਸੀ। ਤਾਂ ਫਿਰ ਜਦੋਂ ਨਿਊਟਰੋਨ ਐਗਜ਼ਿਸਟ ਹੀ ਨਹੀਂ ਸੀ ਕਰਦੇ ਉਸ ਟਾਈਮ, ਜਾਂ ਨਿਊਟਰੋਨ ਨੂੰ ਰਿਕੋਗਨਾਈਜ਼ ਨਹੀਂ ਸੀ ਕੀਤਾ ਗਿਆ, ਤਾਂ ਫਿਰ ਕੀ ਸਮਝਿਆ ਜਾਂਦਾ ਸੀ ਉਦੋਂ? ਐਟਮ ਜਾਂ ਨਿਊਕਲੀਅਸ ਦੇ ਬਾਰੇ ਕੀ ਸਮਝਿਆ ਜਾਂਦਾ ਸੀ? ਤਾਂ ਉਹਦੇ ਲਈ ਕੁਝ ਪੁਆਇੰਟਸ ਦਿੱਤੇ ਜਾਂਦੇ ਨੇ। ਪ੍ਰੋਟੋਨ ਇਲੈਕਟ੍ਰੋਨ ਥਿਊਰੀ, ਕਿਉਂਕਿ ਸਾਡੇ ਕੋਲ ਉਦੋਂ ਕੀ ਅਵੇਲੇਬਲ ਸੀ? ਓਨਲੀ ਪ੍ਰੋਟੋਨ ਐਂਡ ਇਲੈਕਟ੍ਰੋਨ। ਇਹ ਕਿਹਾ ਜਾਂਦਾ ਸੀ ਕਿ ਨਿਊਕਲੀਅਸ ਦੇ ਵਿੱਚ ਪ੍ਰੋਟੋਨ ਤੇ ਇਲੈਕਟ੍ਰੋਨ ਦੋਨੋਂ ਹੀ ਐਗਜ਼ਿਸਟ ਕਰਦੇ ਨੇ। ਤੇ ਉਹਦੇ ਲਈ ਕੁਝ ਪ੍ਰੂਫ ਦਿੱਤੇ ਗਏ। ਉਹ ਪ੍ਰੂਫ ਕੀ ਸੀਗੇ? ਫਰਸਟ ਪ੍ਰੂਫ ਸੀਗਾ ਬੀਟਾ ਡੀਕੇ ਪ੍ਰੋਸੈਸ। ਬੀਟਾ ਡੀਕੇ, ਬੀਟਾ ਕੀ ਹੁੰਦੇ ਨੇ? ਦੇਖੋ ਐਲਫਾ, ਬੀਟਾ, ਗਾਮਾ ਰੇਜ਼, ਇਹ ਰੇਡੀਓ ਐਕਟਿਵ ਡਿਸਇੰਟੈਗ੍ਰੇਸ਼ਨਸ ਨੇ। ਇਹ ਰੇਡੀਓ ਐਕਟਿਵ ਪ੍ਰੋਸੈਸ ਨੇ ਐਲਫਾ, ਬੀਟਾ ਐਂਡ ਗਾਮਾ। ਤੇ ਜਿਹੜੇ ਰੇਡੀਓ ਐਕਟਿਵ ਪ੍ਰੋਸੈਸ ਹੁੰਦੇ ਨੇ ਉਹ ਨਿਊਕਲੀਅਸ ਦੇ ਨਾਲ ਰਿਐਕਸ਼ਨ ਦੇ ਨਾਲ ਕ੍ਰੀਏਟ ਹੁੰਦੇ ਨੇ। ਤਾਂ ਬੀਟਾ ਡੀਕੇ, ਬੀਟਾਜ਼ ਬੇਸਿਕਲੀ ਇਲੈਕਟ੍ਰੋਨਸ। ਬੀਟਾ ਕੀ ਨੇ? ਬੀਟਾਜ਼ ਆਰ ਬੇਸਿਕਲੀ ਇਲੈਕਟ੍ਰੋਨ। ਤਾਂ ਇਹਦਾ ਮਤਲਬ ਇਹ ਹੈ, ਕਹਿੰਦਾ ਜੇ ਬੀਟਾ ਡੀਕੇ ਪ੍ਰੋਸੈਸ ਹੋ ਰਿਹਾ ਹੈ ਇਹਦਾ ਮਤਲਬ ਇਲੈਕਟ੍ਰੋਨ ਨਿਕਲ ਰਹੇ ਨੇ। ਤਾਂ ਨਿਕਲਣਗੇ ਕਿੱਥੋਂ? ਨਿਊਕਲੀਅਸ ਤੋਂ ਨਿਕਲਣਗੇ। ਤਾਂ ਫਿਰ ਇਹ ਕਿਹਾ ਗਿਆ ਕਿ ਜੇ ਬੀਟਾ ਡੀਕੇ ਹੋ ਰਿਹਾ ਹੈ ਇਹਦਾ ਮਤਲਬ ਇਲੈਕਟ੍ਰੋਨ ਨਿਊਕਲੀਅਸ ਦੇ ਵਿੱਚ ਹੈਗਾ। ਇਹ ਉਹਦੇ ਲਈ ਪ੍ਰੂਫ ਦਿੱਤਾ ਗਿਆ। ਸੈਕਿੰਡ ਪ੍ਰੂਫ ਕੀ ਦਿੱਤਾ ਗਿਆ ਕਿ ਮਾਸਿਸ ਆਫ ਡਿਫਰੈਂਟ ਨਿਊਕਲੀਆਈ ਵਰ ਹੋਲ ਨੰਬਰ ਮਲਟੀਪਲਸ ਆਫ ਮਾਸ ਆਫ ਹਾਈਡਰੋਜਨ। ਵੀ ਜਿੰਨੇ ਵੀ ਆਪਣੇ ਕੋਲ ਪੀਰੀਓਡਿਕ ਟੇਬਲ 'ਚ ਐਲੀਮੈਂਟ ਨੇ ਸਾਰਿਆਂ ਦੇ ਮਾਸ ਕੀ ਨੇ? ਮਲਟੀਪਲ ਆਫ ਮਾਸ ਆਫ ਹਾਈਡਰੋਜਨ। ਵੀ ਜਿੰਨਾ ਹਾਈਡਰੋਜਨ ਦਾ ਮਾਸ ਹੈ ਤੁਸੀਂ ਅਗਲੇ ਐਲੀਮੈਂਟਸ ਨੂੰ ਉਹਨਾਂ ਦੇ ਨਾਲ ਮਲਟੀਪਲਾਈ ਕਰੀ ਜਾਓ। ਬੇਸਿਕਲੀ ਹਾਈਡਰੋਜਨ ਕੀ ਹੈ? ਹਾਈਡਰੋਜਨ ਨੂੰ ਅਸੀਂ ਇੱਕ ਪ੍ਰੋਟੋਨ ਮੰਨਦੇ ਹਾਂ।
ਇਹਦਾ ਮਤਲਬ ਬਾਕੀ ਸਾਰੇ ਐਲੀਮੈਂਟਸ ਕੀ ਨੇ, ਬਾਕੀ ਸਾਰੇ ਐਲੀਮੈਂਟਸ ਵੀ ਪ੍ਰੋਟੋਨ ਦੇ ਮਲਟੀਪਲ ਹੋ ਗਏ। ਇਹਦਾ ਮਤਲਬ ਹੈ ਕਿ ਪ੍ਰੋਟੋਨ ਨਿਊਕਲੀਅਸ 'ਚ ਐਗਜ਼ਿਸਟ ਕਰਦਾ ਹੈ। ਇਹ ਪ੍ਰੋਟੋਨ ਦੇ ਲਈ ਪ੍ਰੂਫ ਦਿੱਤਾ ਗਿਆ। ਫਸਟ ਪ੍ਰੂਫ ਸੀਗਾ ਇਲੈਕਟ੍ਰੋਨ ਦੇ ਲਈ, ਸੈਕਿੰਡ ਪ੍ਰੂਫ ਦਿੱਤਾ ਗਿਆ ਪ੍ਰੋਟੋਨ ਦੇ ਲਈ। ਥਰਡ ਪੁਆਇੰਟ ਹੈ ਬੇਟਾ, ਐਟਮ ਇਜ਼ ਨਿਊਟਰਲ। ਐਟਮ ਨਿਊਟਰਲ ਹੈ। ਇਹਦਾ ਮਤਲਬ ਕਿ ਜਿੰਨੇ ਪ੍ਰੋਟੋਨ ਨੇ ਉਨੇ ਹੀ ਇਲੈਕਟ੍ਰੋਨਸ ਨੇ। ਤਾਂ ਜਿਹੜੀ ਇਸ ਟਾਈਮ ਥਿਊਰੀ ਸੀ ਪ੍ਰੋਟੋਨ ਇਲੈਕਟ੍ਰੋਨ ਥਿਊਰੀ, ਇਹਦੇ ਵਿੱਚ ਕਿਹਾ ਗਿਆ ਕਿ ਜਿਸ ਤਰ੍ਹਾਂ ਤੁਹਾਡੀ ਬੁੱਕ 'ਚ ਐਗਜ਼ਾਮਪਲ ਹੈ ਨਾਈਟ੍ਰੋਜਨ ਦਾ ਕੇਸ ਲਿੱਤਾ ਗਿਆ N2, ਇਹ 14 ਪ੍ਰੋਟੋਨ 14 ਇਲੈਕਟ੍ਰੋਨ ਹੋ ਗਏ। ਪ੍ਰੋਟੋਨ ਤਾਂ ਐਗਜ਼ਿਸਟ ਕਰ ਰਹੇ ਨੇਗੇ ਨਿਊਕਲੀਅਸ 'ਚ, ਬਟ ਇਹ ਕਹਿੰਦੇ ਕਿ ਜਿਹੜੇ 14 ਇਲੈਕਟ੍ਰੋਨਸ ਨੇ ਉਹਦੇ 'ਚੋਂ 7 ਇਲੈਕਟ੍ਰੋਨ ਤਾਂ ਇਨਸਾਈਡ ਦਾ ਨਿਊਕਲੀਅਸ ਨੇ ਤੇ 7 ਇਲੈਕਟ੍ਰੋਨਸ ਕੀ ਨੇ, ਆਊਟਸਾਈਡ ਦਾ ਨਿਊਕਲੀਅਸ ਨੇ। ਮਤਲਬ ਇਹ ਥਿਊਰੀ ਇਹ ਕਹਿੰਦੀ ਸੀ ਵੀ ਸਾਰੇ ਇਲੈਕਟ੍ਰੋਨ ਇਨਸਾਈਡ ਦਾ ਰਿਵੋਲਵ ਨਹੀਂ ਕਰਦੇ ਹੈਗੇ, ਕੁਝ ਇਲੈਕਟ੍ਰੋਨਸ ਇਨਸਾਈਡ ਦਾ ਨਿਊਕਲੀਅਸ ਨੇ ਤੇ ਕੁਝ ਇਲੈਕਟ੍ਰੋਨਸ ਨੇ ਜਿਹੜੇ ਉਹ ਆਊਟਸਾਈਡ ਦਾ ਨਿਊਕਲੀਅਸ ਰਿਵੋਲਵ ਕਰਦੇ ਨੇ। ਬਟ ਟਾਈਮ ਦੇ ਨਾਲ ਜਿਹੜੀ ਪ੍ਰੋਟੋਨ ਇਲੈਕਟ੍ਰੋਨ ਥਿਊਰੀ ਸੀ ਇਹ ਫੇਲ ਹੋ ਗਈ ਸੀ, ਫੇਲਿਅਰ ਆਫ ਪ੍ਰੋਟੋਨ ਇਲੈਕਟ੍ਰੋਨ ਹਾਈਪੋਥੀਸਿਸ। ਔਰ ਅਸੀਂ ਕਹਿ ਸਕਦੇ ਹਾਂ ਤੁਹਾਡੇ ਬੇਟਾ ਪੇਪਰ 'ਚ ਜਿਹੜਾ ਕੁਐਸਚਨ ਬਣ ਕੇ ਆਉਂਦਾ ਹੈ ਉਹ ਇਸ ਤਰ੍ਹਾਂ ਬਣ ਕੇ ਆਉਂਦਾ ਹੈ, what are the reasons for the non-existence of electrons inside the nucleus। ਵੀ ਇਲੈਕਟ੍ਰੋਨ ਨਿਊਕਲੀਅਸ ਦੇ ਅੰਦਰ ਐਗਜ਼ਿਸਟ ਨਹੀਂ ਕਰਦੇ, ਉਹਦੇ ਲਈ ਕੀ ਪੁਆਇੰਟਸ ਦਿੱਤੇ ਗਏ। ਉਹਦਾ ਫਰਸਟ ਪੁਆਇੰਟ ਸੀਗਾ ਵੇਵ ਮਕੈਨੀਕਲ ਕੰਸੀਡਰੇਸ਼ਨ। ਵੇਵ ਮਕੈਨੀਕਲ ਕੰਸੀਡਰੇਸ਼ਨ ਦਾ ਕੀ ਮੀਨਿੰਗ ਹੈ? ਦੇਖੋ ਨਿਊਕਲੀਅਸ ਦਾ ਜਿਹੜਾ ਰੇਡੀਅਸ ਹੈ ਉਹ 10⁻⁻14 ਮੀਟਰ ਹੈ। ਇਹਦਾ ਮਤਲਬ ਇਹ ਹੈ ਕਿ ਅਗਰ ਇਲੈਕਟ੍ਰੋਨ ਨਿਊਕਲੀਅਸ 'ਚ ਐਗਜ਼ਿਸਟ ਕਰਦਾ ਹੈ ਤਾਂ ਉਹਦੀ ਪੋਜੀਸ਼ਨ 'ਚ ਅਨਸਰਟਨਟੀ ਕਿੰਨੀ ਹੈ, ਜਿੰਨਾ ਉਹਦਾ ਸਾਈਜ਼ ਹੈ ਨਿਊਕਲੀਅਸ ਦਾ, ਕਿਉਂਕਿ ਨਿਊਕਲੀਅਸ 'ਚ ਕਿਤੇ ਵੀ ਹੋ ਸਕਦਾ ਹੈ। ਇਹਦਾ ਮਤਲਬ ਉਹਦੀ ਪੋਜੀਸ਼ਨ 'ਚ ਅਨਸਰਟਨਟੀ ਕਿੰਨੀ ਹੈ, 2 × 10⁻⁻14 ਮੀਟਰ। ਤਾਂ ਅਗਰ ਅਸੀਂ ਹਾਈਜ਼ਨਬਰਗ ਅਨਸਰਟਨਟੀ ਪ੍ਰਿੰਸੀਪਲ ਲਗਾਉਂਦੇ ਹਾਂ, ਪੋਜੀਸ਼ਨ 'ਚ ਅਨਸਰਟਨਟੀ, ਮੋਮੈਂਟਮ 'ਚ ਅਨਸਰਟਨਟੀ ਅਪਰੋਕਸੀਮੇਟਲੀ ਇਕੁਅਲ ਟੂ h ਬਾਰ। ਤਾਂ ਅਗਰ ਅਸੀਂ ਮੋਮੈਂਟਮ ਕੈਲਕੂਲੇਟ ਕਰਦੇ ਹਾਂ ਕਿ ਉਹਦੇ ਮੋਮੈਂਟਮ 'ਚ ਕਿੰਨੀ ਅਨਸਰਟਨਟੀ ਹੋਊਗੀ, ਦੈਟ ਇਜ਼ ਗਿਵਨ ਬਾਈ h ਬਾਰ ਦੀ ਵੈਲਿਊ, ਡੈਲਟਾ x ਉਹਦੀ ਪੋਜੀਸ਼ਨ 'ਚ ਅਨਸਰਟਨਟੀ ਕਿੰਨੀ ਹੈ। ਤਾਂ ਇਹਦੇ ਤੋਂ ਆਪਣੇ ਕੋਲ ਜਿਹੜੀ ਫਿਗਰ ਆਉਂਦੀ ਹੈ ਦੈਟ ਇਜ਼ 0.527 × 10⁻⁻20 ਜਾਊਲ ਸੈਕਿੰਡ ਪਰ ਮੀਟਰ। ਇਹ ਮੋਮੈਂਟਮ 'ਚ ਅਨਸਰਟਨਟੀ ਆ ਗਈ ਅਗਰ ਇਲੈਕਟ੍ਰੋਨ ਐਗਜ਼ਿਸਟ ਕਰਦਾ ਹੈਗਾ ਨਿਊਕਲੀਅਸ 'ਚ। ਸਾਨੂੰ ਪਤਾ ਹੈ ਕਿ ਮੋਮੈਂਟਮ ਤੋਂ ਅਸੀਂ એનર્ਜੀ ਕੈਲਕੂਲੇਟ ਕਰ ਸਕਦੇ ਹਾਂ। ਤਾਂ એનર્ਜੀ ਹੈ ਜਿਹੜੀ ਇਲੈਕਟ੍ਰੋਨ ਦੀ, ਕਿਉਂਕਿ ਅਸੀਂ ਵੇਵ ਮਕੈਨੀਕਲ ਕੰਸੀਡਰੇਸ਼ਨ ਯੂਜ਼ ਕਰ ਰਹੇ ਹਾਂ, ਦੈਟ ਮੀਨਸ ਵੀ ਆਰ ਯੂਜ਼ਿੰਗ ਦਾ ਕੁਆਂਟਮ ਅਪਰੋਚ। ਤੁਸੀਂ ਕੁਆਂਟਮ ਪੜ੍ਹੀ ਹੋਈ ਹੈ ਸੈਕਿੰਡ ਈਅਰ 'ਚ, ਉੱਥੇ ਰਿਲੇਸ਼ਨ ਆਉਂਦਾ એનર્ਜੀ ਇਜ਼ ਇਕੁਅਲ ਟੂ P² C² + m0² C4। P ਮੋਮੈਂਟਮ, C velocity of light, m0 ਰੈਸਟ ਮਾਸ ਆਫ ਦਾ ਇਲੈਕਟ੍ਰੋਨ ਐਂਡ C ਇਜ਼ ਦਾ velocity of light। ਹੁਣ ਇਲੈਕਟ੍ਰੋਨ ਦੀ ਜਿਹੜੀ ਰੈਸਟ એનર્ਜੀ ਹੈ ਇਹ ਤੁਹਾਡੇ ਲਈ ਨਵੀਂ ਹੈ ਬੇਟਾ ਵੈਲਿਊ। ਰੈਸਟ એનર્ਜੀ ਆਫ ਇਲੈਕਟ੍ਰੋਨ ਇਜ਼ 0.511 MeV, ਇੰਨੀ ਹੁੰਦੀ ਹੈ। ਤਾਂ ਜਿਹੜੀ ਰੈਸਟ એનર્ਜੀ ਹੈ ਮਤਲਬ ਜਿਹੜੀ m0 C², ਕਿਉਂਕਿ ਇਹਦਾ ਸਕੇਅਰ ਹੈ ਇਹ m0² C4, ਇਹਦੀ ਵੈਲਿਊ ਬਹੁਤ ਘੱਟ ਹੈ P × C ਦੀ ਵੈਲਿਊ ਦੇ ਨਾਲੋਂ। ਦੇਖੋ P ਦੀ ਆਹ ਵਾਲੀ ਵੈਲਿਊ ਹੈ, C ਦੀ ਵੈਲਿਊ ਕਿੰਨੀ ਹੁੰਦੀ ਹੈ 3 × 10⁸। ਤਾਂ ਜਦੋਂ ਤੁਸੀਂ PC ਦੀ ਵੈਲਿਊ ਫਾਈਂਡ ਆਊਟ ਕਰੋਗੇ ਇਹ ਵੈਲਿਊ ਲਾਰਜ ਹੋਊਗੀ m0 C² ਦੀ ਵੈਲਿਊ ਦੇ ਨਾਲੋਂ। ਇਹਦਾ ਮਤਲਬ ਇਹ ਹੈ ਕਿ ਅਸੀਂ ਇਸ ਪਾਰਟ ਦੇ ਵਿੱਚ ਇਸ ਵੈਲਿਊ ਨੂੰ ਸਕਿਪ ਕਰ ਸਕਦੇ ਹਾਂ। ਤਾਂ ਸਾਡੇ ਕੋਲ એનર્ਜੀ ਕਿੰਨੀ ਆ ਗਈ, P² C² ਬਚ ਗਿਆ, ਇਹਦਾ ਸਕੇਅਰ ਰੂਟ ਪਿਆ P × C ਰਹਿ ਗਿਆ। ਤਾਂ P ਦੀ ਵੈਲਿਊ ਪੁੱਟ ਕਰੋ ਉੱਪਰ ਵਾਲੀ, C ਦੀ ਵੈਲਿਊ ਪੁੱਟ ਕਰੋ, ਤੁਹਾਡੇ ਕੋਲ એનર્ਜੀ ਕਿੰਨੀ ਆ ਗਈ 10 MeV ਦੇ ਨੇੜੇ ਤੇੜੇ ਆ ਗਈ। ਇਹਦਾ ਮਤਲਬ ਇਹ ਹੈ ਕਿ ਅਗਰ ਇਲੈਕਟ੍ਰੋਨ ਐਗਜ਼ਿਸਟ ਕਰ ਰਿਹਾ ਹੈ ਨਿਊਕਲੀਅਸ ਦੇ ਵਿੱਚ ਤਾਂ ਉਹਦੀ એનર્ਜੀ ਨੀਅਰ ਅਬਾਊਟ 10 MeV ਹੋਣੀ ਚਾਹੀਦੀ ਹੈ। ਬਟ ਐਕਚੁਅਲੀ 'ਚ ਜਦੋਂ ਬੀਟਾ ਡਿਕੇ ਹੁੰਦਾ ਹੈ ਤਾਂ ਉਹਦੇ 'ਚ ਜਿਹੜੇ ਇਲੈਕਟ੍ਰੋਨਸ ਨਿਕਲਦੇ ਨੇ ਉਹਨਾਂ ਦੀ એનર્ਜੀ ਨੀਅਰ ਅਬਾਊਟ 3 to 4 MeV ਹੁੰਦੀ ਹੈ। ਇਹਦਾ ਮਤਲਬ ਫਿਰ ਇਲੈਕਟ੍ਰੋਨ ਨੇ ਜਿਹੜੇ ਉਹ ਨਿਊਕਲੀਅਸ 'ਚ ਐਗਜ਼ਿਸਟ ਨਹੀਂ ਕਰ ਸਕਦੇ, ਕਿਉਂਕਿ ਸਾਡੀਆਂ ਕੈਲਕੂਲੇਸ਼ਨ ਕਹਿੰਦੀ ਹੈ ਕਿ ਜੇ ਇਲੈਕਟ੍ਰੋਨ ਨਿਕਲ ਰਹੇ ਨੇ ਬਾਹਰ ਤਾਂ ਉਹਨਾਂ ਦੀ એનર્ਜੀ 10 MeV ਦੇ ਨੇੜੇ ਤੇੜੇ ਹੋਣੀ ਚਾਹੀਦੀ ਹੈ। ਬਟ ਐਕਚੁਅਲੀ 'ਚ ਜਿਹੜੇ ਡਿਕੇ ਪ੍ਰੋਸੈਸ 'ਚ ਨਿਕਲਦੇ ਨੇ ਇਲੈਕਟ੍ਰੋਨਸ ਉਹਨਾਂ ਦੀ એનર્ਜੀ ਸਿਰਫ 3 to 4 MeV ਹੁੰਦੀ ਹੈ।
इस करके ये कैलकुलेशन तो प्रूव किया गया कि ਜਿਹੜੇ इलैक्ट्रॉन्स ने वो न्यूक्लियस 'ਚ एग्जिस्ट नहीं करते। उस तो बाद सैकेंड पॉइंट दिता गया न्यूक्लियर स्पिन का। हुण जिस तरह असीं पिछे नाइट्रोजन का केस लिता सी, नाइट्रोजन N2 के केस 'ਚ 14 प्रोटॉन ने 14 ही इलैक्ट्रॉन ने, तो पिछे कहा गया सी कि 7 इलैक्ट्रॉन अंदर ने 7 इलैक्ट्रॉन न्यूक्लियस के बाहर ने। ਇਹਦਾ मतलब अगर असीं न्यूक्लियस की स्पिन कैलकुलेट कर रहे हैं तो न्यूक्लियस की स्पिन कैलकुलेट करने का मतलब है कि जिन्ने उहदे पार्टिकल्स ने तुसीं उहनां दी स्पिन कैलकुलेट कर लो। 14 प्रोटॉन्स ने 7 इलैक्ट्रॉन्स ने, टोटल किन्ने हो गए? 21 हो गए, क्योंकि ये कह रहे हैं कि 7 इलैक्ट्रॉन इनसाइड ने 7 इलैक्ट्रॉन आउटसाइड ने। ਇਹਦਾ मतलब न्यूक्लियस 'ਚ टोटल नाइट्रोजन के 21 पार्टिकल हो गए। 21 का मतलब है सानू पता है कि ਜਿਹੜੇ पार्टिकल्स ने इलैक्ट्रॉन ने प्रोटॉन ने न्यूट्रॉन ने इन्हां सारिਆਂ ਦੀ हाफ इंटैग्रल स्पिन ਹੁੰਦੀ है। इन्हां सारिਆਂ ਦੀ कितनी स्पिन ਹੁੰਦੀ है? 1/2 स्पिन ਹੁੰਦੀ है। ਤਾਂ ਜੇ 21 ਪਾਰਟੀਕਲਸ ਦੀ ਅਸੀਂ ਟੋਟਲ ਸਪਿਨ ਕੱਢਦੇ ਹਾਂ ਉਹ ਕਿੰਨੀ ਆਊਗੀ? ਹਾਫ ਇੰਟੈਗਰਲ ਬਚ ਜੂਗਾ ਪਿੱਛੇ, ਹਾਫ ਇੰਟੈਗਰਲ। ਬਟ ਨਾਈਟ੍ਰੋਜਨ ਦੇ ਨਿਊਕਲੀਅਸ ਦੀ ਅਗਰ ਐਕਚੁਅਲ 'ਚ ਬਾਏ ਐਕਸਪੈਰੀਮੈਂਟ ਸਪਿਨ ਕੈਲਕੂਲੇਟ ਕਰਦੇ ਨੇ ਤਾਂ ਉਹ ਇੰਟੈਗਰਲ ਸਪਿਨ ਆਉਂਦੀ ਹੈ। ਇਹਦਾ मतलब कि ਇੱਥੇ ਕੋਈ ਨਾ ਕੋਈ ਪ੍ਰੋਬਲਮ ਹੈ, क्योंकि जो ਅਸੀਂ कैलकुलेशन की है कैलकुलेशन कह रही है हाफ इंटैगरल स्पिन, पर एक्चुअल च स्पिन कितनी है? ਉਹਦੀ इंटैगरल स्पिन है। इस करके ਜਿਹੜੇ इलैक्ट्रॉन्स ने ਉਹਨਾਂ ਦੀ एग्जिस्टेंस ਜਿਹੜੀ है न्यूक्लियस 'ਚੋਂ पॉसिबल नहीं है। थर्ड पॉइंट आंदा मैगनैटिक मूवमेंट। ਹੁਣ मैगनैटिक मूवमेंट ਜਿਹੜੀ टर्म है कहना मैगनैटिक मूवमेंट इलैक्ट्रॉन्स ਦਾ 2000 टाइम लार्जर है प्रोटॉन्स ਦੇ ਨਾਲੋਂ। भी इलैक्ट्रॉन्स ਦੇ मैगनैटिक मूवमेंट की ਜਿਹੜੀ वैल्यू है वो 2000 टाइम्स ज़्यादा है प्रोटॉन ਦੇ ਨਾਲੋਂ। ਇਹਦਾ मतलब जे ਅਸੀਂ न्यूक्लियस ਦਾ मैगनैटिक मूवमेंट देखना है ਤਾਂ ਫਿਰ ਉਹ इलैक्ट्रॉन्स ਦੇ मैगनैटिक मूवमेंट ਦੇ ਨੇੜੇ ਤੇੜੇ ਹੋਣਾ ਚਾਹੀਦਾ, क्योंकि इलैक्ट्रॉन ਦਾ ज़्यादा है प्रोटॉन ਦਾ ਘੱਟ है। दैट मीनस कि न्यूक्लियस ਦਾ मैगनैटिक मूवमेंट इलैक्ट्रॉन ਦੇ मैगनैटिक मूवमेंट ਦੀ वैल्यू ਦੇ ਨੇੜੇ ਤੇੜੇ ਹੋਣਾ ਚਾਹੀਦਾ ਹੈ। पर एक्चुअली ਜਿਹੜਾ न्यूक्लियस ਦਾ मैगनैटिक मूवमेंट है वो बहुत घट है। दैट मीनस कि इलैक्ट्रॉन फिर एग्जिस्ट नहीं कर सकते न्यूक्लियस 'ਚ। उस तो बाद नैक्सट पॉइंट है फाइनाइट साइज ऑफ इलैक्ट्रॉन। पिछे कहा जाता सी, पिछले ਜਿਹੜੇ ਆਪਾਂ पार्ट्स पढ़े ने वो स्किप हो गया सी बेटा, ਉਹ 'ਚ एक ਮੰਨਿਆ ਜਾਂਦਾ ਸੀ कि इलैक्ट्रॉन्स ने ਜਿਹੜੇ ਉਹਨਾਂ ਦੇ ਸਾਈਜ਼ ਨੂੰ ਕਹਿੰਦੇ ਇਗਨੋਰ ਕਰ ਦੋ, पर एक्चुअल 'ਚ इलैक्ट्रॉन्स ਦਾ ਸਾਈਜ਼ है। ਤਾਂ ਅਗਰ ਤੁਸੀਂ ਉਹਦਾ ਫਾਈਨਾਈਟ ਸਾਈਜ਼ ਕੰਸੀਡਰ ਕਰਦੇ ਹੋ ਤਾਂ ਜਿਹੜੇ ਹੈਵੀ ਐਟਮਸ ਨੇ, ਹੈਵੀ ਐਟਮਸ ਦੇ ਕੇਸ 'ਚ ਫਿਰ ਕੀ ਹੋਊਗਾ? ਜੇ ਇਲੈਕਟ੍ਰੋਨ ਉਹਦੇ ਅੰਦਰ ਪਏ ਨੇ ਨਿਊਕਲੀਅਸ ਦੇ ਤਾਂ ਇਲੈਕਟ੍ਰੋਨ ਦਾ ਸਾਈਜ਼ ਜਿਹੜਾ ਹੈਗਾ ਉਹ ਆਪਾਂ ਕਹਿ ਰਹੇ ਕਿ ਹੈ ਕੁਛ ਨਾ ਕੁਛ ਹੈ, ਤਾਂ ਹੈਵੀ ਐਟਮਸ ਦੇ ਵਿੱਚ ਇਲੈਕਟ੍ਰੋਨ ਨਿਊਕਲੀਅਸ 'ਚ ਜ਼ਿਆਦਾ ਹੋ ਜਾਣਗੇ ਤਾਂ ਨਿਊਕਲੀਅਸ ਦਾ ਜਿਹੜਾ ਸਾਈਜ਼ ਹੈ ਉਹ ਬਹੁਤ ਜ਼ਿਆਦਾ ਬੜਾ ਹੋ ਜਾਊਗਾ। ਉਹ ਵੀ ਪੋਸੀਬਲ ਨਹੀਂ ਹੈ, ਕਿਉਂਕਿ ਨਿਊਕਲੀਅਸ ਦਾ ਸਾਈਜ਼ ਵੀ ਆਲਮੋਸਟ ਫਿਕਸ ਹੈ। डिफरेंट एलीमेंट्स के विच इहदी वैल्यू थोड़ी थोड़ी वेरी करती है, पर असीं कहिए कि बहुत लार्ज अमाउंट च वेरी करती है, इस तरह नहीं है। तो ये कुछ पॉइंट सीगे। उस नैक्सट पॉइंट जिहड़ा है दैट इज़ वेवलैंथ, क्योंकि अगर असीं क्वांटम पॉइंट ऑफ व्यू नाल देखते हैं, क्वांटम च असीं वेव पार्टिकल डुअलिटी पढ़ते हैं कि जिस तरह हुण इलैक्ट्रॉन्स पार्टिकल्स ने पर इन्हां दी वेव नेचर भी है। तो जे वेव नेचर है तो इन्हां दी वेव लेंथ भी होगी। वेव लेंथ पर जिहड़ी इलैक्ट्रॉन्स दी वेव लेंथ है इट इज़ लार्जर दैन द मेजर डिमेंशन ऑफ द न्यूक्लियस। न्यूक्लियस दा जो साइज़ है वो बहुत छोटा है कंपैरेटिवली टू वेव लेंथ ऑफ इलैक्ट्रॉन। तो फिर इलैक्ट्रॉन क्वांटम पॉइंट ऑफ व्यू दे नाल न्यूक्लियस च एग्जिस्ट नहीं कर सकता। सो बेटा ये 5 पॉइंट्स ने जिहड़े ये शो करते ने कि ਜਿਹੜੇ इलैक्ट्रॉन्स ने दैट डजंट एग्जिस्ट इन द न्यूक्लियस। इलैक्ट्रॉन न्यूक्लियस ਦੇ ਵਿੱਚ एग्जिस्ट नहीं करते। ਤਾਂ ਫਿਰ ਉਸ ਤੋਂ ਬਾਅਦ ਜਦੋਂ ਨਿਊਟਰੋਨ ਦੀ ਡਿਸਕਵਰੀ ਹੋਈ 1932 ਚ ਬਾਈ ਚੈਡਵਿਕ, ਤਾਂ ਉਸ ਡਿਸਕਵਰੀ ਤੋਂ ਬਾਅਦ ਨਿਊਟਰੋਨ ਪ੍ਰੋਟੋਨ ਹਾਈਪੋਥੀਸਿਸ ਦਿੱਤੀ ਗਈ। ਨਿਊਟਰੋਨ ਪ੍ਰੋਟੋਨ ਹਾਈਪੋਥੀਸਿਸ ਦੇ ਅਕੋਰਡਿੰਗ ਨਿਊਕਲੀਅਸ ਦੇ ਵਿੱਚ ਨਿਊਟਰੋਨ ਤੇ ਪ੍ਰੋਟੋਨ ਐਗਜ਼ਿਸਟ ਕਰਦੇ ਨੇ। ਤਾਂ ਉਹਦੇ ਲਈ ਕੀ ਪ੍ਰੂਫ ਦਿੱਤੇ ਗਏ? ਜੋ ਬੇਟਾ ਉਹਦੀਆਂ ਲਿਮਿਟੇਸ਼ਨਸ ਸੀਗੀਆਂ, ਨੌਨ ਐਗਜ਼ਿਸਟੈਂਸ ਆਫ ਇਲੈਕਟ੍ਰੋਨਸ ਦੇ ਜਿਹੜੇ ਪੁਆਇੰਟ ਸੀਗੇ
ਉਹੀ ਪੁਆਇੰਟਸ ਨੂੰ ਅਸੀਂ ਹੁਣ ਪ੍ਰੋਟੋਨ ਤੇ ਨਿਊਟਰੋਨਸ ਤੇ ਅਪਲਾਈ ਕਰਾਂਗੇ ਤੇ ਉਹ ਅਗਰ ਜਸਟੀਫਾਈ ਕਰਦੇ ਨੇ ਦੈਟ ਮੀਨਸ ਕਿ ਫਿਰ ਨਿਊਟਰੋਨ ਤੇ ਪ੍ਰੋਟੋਨ ਐਗਜ਼ਿਸਟ ਕਰ ਸਕਦੇ ਨੇ ਨਿਊਕਲੀਅਸ 'ਚ। ਤਾਂ ਆਪਣਾ ਫਸਟ ਪੁਆਇੰਟ ਹੈ ਵੇਵ ਮਕੈਨੀਕਲ ਕਨਸੈਂਟ੍ਰੇਸ਼ਨ। ਦੇਖੋ ਆਪਾਂ ਨੇ ਉਹਦੇ 'ਚ ਰੈਸਟ ਮਾਸ એનર્ਜੀ ਜਿਹੜੀ ਸੀਗੀ ਇਲੈਕਟ੍ਰੋਨ ਦੀ ਉਹ 0.511 MeV ਸੀਗੀ, ਤਾਂ ਉੱਥੇ ਆਪਾਂ ਉਸ એનર્ਜੀ ਨੂੰ ਨਿਗਲੈਕਟ ਕੀਤਾ ਸੀ। ਪਰ ਨਿਊਟਰੋਨ ਪ੍ਰੋਟੋਨ ਦੇ ਕੇਸ 'ਚ ਇਸ એનર્ਜੀ ਨੂੰ ਆਪਾਂ ਨਿਗਲੈਕਟ ਨਹੀਂ ਕਰ ਸਕਦੇ। ਦੇਖੋ ਪੋਜੀਸ਼ਨ 'ਚ ਅਨਸਰਟਨਟੀ 2 × 10⁻⁻14 ਮੀਟਰ। ਉਹੀ ਚੀਜ਼ ਹੈ ਕਿ ਅਗਰ ਨਿਊਟਰੋਨ ਜਾਂ ਪ੍ਰੋਟੋਨ ਐਗਜ਼ਿਸਟ ਕਰਦੇ ਨੇ ਤਾਂ ਉਹਨਾਂ ਦੀ ਪੋਜੀਸ਼ਨ 'ਚ ਅਨਸਰਟਨਟੀ 2 × 10⁻⁻14 ਮੀਟਰ। ਮੋਮੈਂਟਮ 'ਚ ਅਨਸਰਟਨਟੀ h/(Δx)। ਸੇਮ ਵੈਲਿਊਜ਼ ਪੁੱਟ ਕੀਤੀਆਂ, ਸੇਮ ਆਪਣਾ ਪਹਿਲਾਂ ਵਾਲਾ ਆਨਸਰ ਆ ਗਿਆ। So magnitude of total momentum of neutron or proton is approximately 10⁻⁻20 kg/s. Approximate value लिती है बेटा 10⁻⁻20। आ इनिशियल पोर्शन स्किप करता। ਤਾਂ એનર્ਜੀ ਅਗਰ ਅਸੀਂ ਕੈਲਕੂਲੇਟ ਕਰਦੇ ਹਾਂ p² c² m0² c4। ਬੇਟਾ ਇੱਥੇ ਆਪਾਂ ਇਸ ਚੀਜ਼ ਨੂੰ ਇਗਨੋਰ ਨਹੀਂ ਕਰ ਸਕਦੇ ਕਿਉਂਕਿ ਇਲੈਕਟ੍ਰੋਨ ਦੇ ਕੇਸ 'ਚ ਉਹਦੀ ਰੈਸਟ ਮਾਸ એનર્ਜੀ ਘੱਟ ਸੀਗੀ, ਇਸ ਕੇਸ 'ਚ ਘੱਟ ਨਹੀਂ ਹੈਗੀ ਕਿਉਂਕਿ ਨਿਊਟਰੋਨ ਤੇ ਪ੍ਰੋਟੋਨ ਦਾ ਜਿਹੜਾ ਮਾਸ ਹੈ ਉਹ ਇਲੈਕਟ੍ਰੋਨ ਦੇ ਮਾਸ ਦੇ ਨਾਲੋਂ ਬਹੁਤ ਜ਼ਿਆਦਾ ਹੈ। ਤਾਂ ਇੱਥੇ ਅਸੀਂ ਨਿਗਲੈਕਟ ਨਹੀਂ ਕਰ ਸਕਦੇ। ਤਾਂ ਅਗਰ ਆਪਾਂ ਵੈਲਿਊਜ਼ ਪੁੱਟ ਕਰਦੇ ਹਾਂ p ਦੀ ਵੈਲਿਊ, ਮੋਮੈਂਟਮ ਦੀ ਵੈਲਿਊ 10⁻⁻20², c ਦੀ ਵੈਲਿਊ 3 × 10⁻8² ਪਲੱਸ ਮਾਸ ਹੈ ਜਿਹੜਾ 1.6 × 10⁻⁻27², 3 × 10⁸ ਦਾ 4 ਐਂਡ ਹੋਲ ਪਾਵਰ ਇਜ਼ 1/2। ਤਾਂ ਅਗਰ ਅਸੀਂ ਕੈਲਕੂਲੇਸ਼ਨ ਕਰਦੇ ਹਾਂ ਇਹ 940 MeV ਆਉਂਦਾ ਹੈ। ਮੀਨਸ ਕਿ ਅਗਰ ਪ੍ਰੋਟੋਨ ਜਾਂ ਨਿਊਟਰੋਨ ਐਗਜ਼ਿਸਟ ਕਰ ਰਹੇ ਨੇ ਨਿਊਕਲੀਅਸ ਦੇ ਵਿੱਚ ਤਾਂ ਉਹ ਇੰਨੀ એનર્ਜੀ ਪੋਜੈਸ ਕਰਨਗੇ। ਪ੍ਰੋਟੋਨਸ ਐਂਡ ਨਿਊਟਰੋਨ ਪੋਜੈਸ ਫਿਊ MeV એનર્ਜੀ ਸੋ ਕੰਟੇਨਡ ਇਨ ਨਿਊਕਲੀਅਸ। ਮਤਲਬ ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ એનર્ਜੀ, ਇਸ ਤੋਂ ਘੱਟ ਜਿੰਨੀ ਮਰਜ਼ੀ ਹੋਏ ਤਾਂ ਉਹਨਾਂ ਦੀ ਐਗਜ਼ਿਸਟੈਂਸ ਸ਼ੋਰ ਹੈ ਨਿਊਕਲੀਅਸ ਦੇ ਵਿੱਚ। ਸੋ ਨੈਕਸਟ ਪੁਆਇੰਟ ਇਜ਼ ਨਿਊਕਲੀਅਰ ਸਪਿਨ। वही स्पिन का पॉइंट आ गया। देखो स्पिन ऑफ प्रोटोन और न्यूट्रॉन 1/2 है। तो सानू पता है कि न्यूक्लीयस च आलमोस्ट जिन्ने प्रोटॉन्स होंदे ने उन्ने न्यूट्रॉन्स होंदे ने। तो थोड़ा जिहड़ा आंसर आऊगा अगर तो थोड़ा मास नंबर ईवन है तो थोड़ा उस न्यूक्लीयर का स्पिन भी ईवन आऊगा। अगर ऑड नंबर है तो थोड़ा न्यूक्लीयस का जिहड़ा स्पिन वैल्यू है वो भी ऑड ही आऊगी। तो डिपेंड करूगा उहदे मास नंबर ते। इफ ए इज़ ईवन तो थोड़ा आंसर की आऊगा, थोड़ी इंटैग्रल स्पिन आऊगी। अगर ऑड है तो थोड़ी हाफ इंटैग्रल स्पिन आऊगी। उस तो बाद नैक्सट पॉइंट है मैगनैटिक मूवमेंट। मैगनैटिक मूवमेंट कहता न्यूट्रॉन ते प्रोटोन का मैच करता है न्यूक्लीयस की वैल्यू के नाल। मतलब जो न्यूक्लीयस का मैगनैटिक मूवमेंट है वो वैल्यू मैच करती है न्यूट्रॉन ते प्रोटोन के नाल। इलैक्ट्रॉन के नाल मैच नहीं करती सी क्योंकि इलैक्ट्रॉन की वैल्यू 2000 टाइम ज़्यादा सीगी। फाइनाइट साइज न्यूट्रॉन्स का कहता सेम मास है जिन्ना प्रोटोन का। तो असी टोटल नंबर ऑफ न्यूक्लियस नूं किहदे बराबर लिखते हैं? मास नंबर के। मतलब जो मास नंबर है न्यूक्लियस का वो मास असी किवें कड्डदे हैं? जिन्ने उच न्यूक्लियॉन्स पए ने, मतलब जिन्ने उहदे विच न्यूट्रॉन ते प्रोटोन पए ने। उस तो बाद है बीटा डीके। फिर क्वेश्चन आंदा है कि जिहड़ा बीटा डीके हो रहा है क्योंकि बीटाज आर बेसिकली इलैक्ट्रॉन्स, फिर वो न्यूक्लियस चों किवें निकलदे ने? इलैक्ट्रॉन न्यूक्लियस चों किवें निकलदे ने जदों सारा कुछ थ्योरी कह रही है कि इलैक्ट्रॉन तो एग्जिस्ट ही नहीं करते न्यूक्लियस च, तो फिर निकलदे किवें ने? तो ਉਹਦੇ ਲਈ ਇਹ ਜਸਟੀਫਾਈ ਕੀਤਾ ਗਿਆ ਕਿ ਇਲੈਕਟ੍ਰੋਨ ਨਿਊਕਲੀਅਸ 'ਚ ਐਗਜ਼ਿਸਟ ਨਹੀਂ ਕਰਦੇ, ਪਰ ਜਦੋਂ ਰਿਐਕਸ਼ਨ ਹੁੰਦਾ ਹੈ, ਜਦੋਂ ਇਹ ਡਿਸਇੰਟੈਗ੍ਰੇਸ਼ਨ ਰੇਡੀਓ ਐਕਟਿਵ ਡਿਸਇੰਟੈਗ੍ਰੇਸ਼ਨ ਦਾ ਪ੍ਰੋਸੈਸ ਹੁੰਦਾ ਤਾਂ ਉਦੋਂ ਇਲੈਕਟ੍ਰੋਨ ਜਨਰੇਟ ਹੁੰਦੇ ਨੇ, ਉਹ ਨਵੇਂ ਬਣਦੇ ਨੇ ਤੇ ਫਿਰ ਉਹ ਨਿਊਕਲੀਅਸ 'ਚੋਂ ਬਾਹਰ ਨਿਕਲਦੇ ਨੇ। ਮਤਲਬ ਉਹ ਸ਼ਾਰਟ ਡਿਊਰੇਸ਼ਨ ਪ੍ਰੋਸੈਸ ਹੈ। ਜਿਸ ਤਰ੍ਹਾਂ ਇਹਦੇ ਐਗਜ਼ਾਮਪਲਸ ਕੀ ਨੇ? ਪ੍ਰੋਟੋਨਸ ਕਨਵਰਟ ਹੁੰਦੇ ਨੇ ਨਿਊਟਰॉन्स 'ਚ प्लस पॉजिट्रॉन प्लस न्यूट्रिनो। अगर न्यूट्रॉन कन्वर्ट होंदे ने प्रोटॉन्स च दैन इलैक्ट्रॉन प्लस एंटी न्यूट्रिनो। मतलब बीटा डिके प्रोसैस च जिहड़े इलैक्ट्रॉन निकलते ने वो एट द मूवमेंट प्रोड्यूस होंदे ने ते नाल दी नाल ओह निकल जांदे ने।
ਬੇਟਾ ਦੇਖੋ ਇਹ ਸਾਰਾ ਵਰਕ ਜੋ ਹੈ, ਇਹ ਸਾਰਾ ਵਰਕ ਤੁਹਾਡੀ ਬੁੱਕ ਦੇ ਵਿੱਚ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਇਹਨੂੰ ਨਾਲ ਨਾਲ ਕਰ ਲਓ ਤਾਂ ਕਿ ਤੁਹਾਡੀ ਸਿਸਟਮੈਟਿਕਲੀ ਜਿਹੜਾ ਹੈ ਆਪਣਾ ਕੰਮ ਚੱਲਦਾ ਰਹੇ। ਓਕੇ, ਥੈਂਕਸ।